ਪਿਆਰੇ ਦਰਸ਼ਕੋ, ਲੋਕ ਚਰਚਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਇਹ ਸ਼ੋਅ ਦੇ ਵਿੱਚ ਅਸੀਂ ਡਾਕਟਰ ਪਿਆਰਾ ਲਾਲ ਗਰਗ ਨਾਲ ਚਰਚਾ ਕਰਾਂਗੇ ਕਿ ਸੰਯੁਕਤ ਸਮਾਜ ਮੋਰਚੇ ਤੋਂ ਪੰਜਾਬੀਆਂ ਨੂੰ ਕੀ ਉਮੀਦਾਂ ਹਨ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਚੋਣਾਂ ਲੜਨ ਜਾ ਰਿਹਾ ਤੇ ਕੱਲ੍ਹ ਨੂੰ ਉਹਨਾਂ ਨੇ ਇੱਕ ਅਹਿਮ ਮੀਟਿੰਗ ਵੀ ਜਲੰਧਰ ਦੇ ਵਿੱਚ ਸੱਦੀ ਹੈ ਤੇ ਉਸ ਦਾ ਏਜੰਡਾ ਕਿਸ ਕਿਸਮ ਦਾ ਹੋਣਾ ਚਾਹੀਦਾ, ਪੰਜਾਬੀਆਂ ਨੂੰ ਕੀ ਉਮੀਦਾਂ ਨੇ। ਇੱਕ ਪਹਿਲਾਂ ਇੱਕ ਪਾਰਟੀ ਜਿਹੜੀ ਆ ਉਹ ਵੀ ਅੰਦੋਲਨ 'ਚ ਬਣੀ ਸੀ, ਆਮ ਆਦਮੀ ਪਾਰਟੀ। ਉਹ ਪਾਰਟੀ ਕੇਵਲ ਭ੍ਰਿਸ਼ਟਾਚਾਰ ਦੇ ਮੁੱਦੇ ਦੇ ਉੱਪਰ ਬਣੀ ਸੀ। ਮੱਧ ਦਾ ਜ਼ੋਰ ਲੱਗਾ ਹੈ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ। ਭ੍ਰਿਸ਼ਟਾਚਾਰ ਤਾਂ ਖੈਰ ਉਸ ਤਰੀਕੇ ਨਾਲ ਖਤਮ ਹੋਇਆ ਨਹੀਂਗਾ, ਸਗੋਂ ਪੰਜਾਬ ਦੇ ਵਿੱਚ ਤਾਂ ਅਸੀਂ ਦੇਖਦੇ ਹੋਰ ਵੱਧ ਗਿਆ, ਲਗਾਤਾਰ ਵੱਧਦਾ ਜਾ ਰਿਹਾ। ਪਰ ਪੰਜਾਬ ਦੇ ਵਿੱਚ ਹੁਣ ਸੰਯੁਕਤ ਸਮਾਜ ਮੋਰਚਾ ਮੈਦਾਨ ਦੇ ਵਿੱਚ ਉਤਰਿਆ ਹੈ ਤੇ ਇਸ ਨੂੰ ਪੰਜਾਬੀਆਂ ਨੂੰ ਇਸ ਤੋਂ ਕੀ ਉਮੀਦਾਂ ਨੇ, ਪੰਜਾਬੀ ਕੀ ਸੋਚਦੇ ਨੇ, ਕੀ ਹੋਣਾ ਚਾਹੀਦਾ। ਕਿਸਾਨ ਹੋਰ ਜਿਹੜੀਆਂ ਧਿਰਾਂ ਅੰਦੋਲਨ ਦੇ ਵਿੱਚ ਸ਼ਾਮਲ ਰਹੀਆਂ, ਉਹਨਾਂ ਦੀਆਂ ਕੀ ਆਸਾਂ ਉਮੀਦਾਂ ਨੇ, ਕੀ ਮੋਰਚਾ ਉਹਨਾਂ ਤੇ ਖਰਾ ਉਤਰੇਗਾ। ਇਹ ਡਾਕਟਰ ਸਾਹਿਬ ਤੋਂ ਜਾਣਦੇ। ਡਾਕਟਰ ਸਾਹਿਬ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਨਵੇਂ ਸਾਲ ਦਾ ਅੱਜ ਪਹਿਲਾ ਦਿਨ ਆ ਤੇ ਪਹਿਲੇ ਦਿਨ ਦੇ ਵਿੱਚ ਅਸੀਂ ਇਹ ਚਰਚਾ ਕਰ ਰਹੇ ਹਾਂ ਤੇ ਜੇ ਕਹਿੰਦੇ ਵੀ ਨਵੇਂ ਸਾਲ ਦੇ ਵਿੱਚ ਅੱਛੀ ਚਰਚਾ ਹੋ ਜਾਏ, ਅੱਛਾ ਕੋਈ ਗੱਲ ਚੱਲ ਪਵੇ ਤਾਂ ਸਾਰਾ ਸਾਲ ਅੱਛਾ ਨਿਕਲਣ ਦਾ ਸਬੱਬ ਬਣ ਜਾਂਦਾ। ਤੇ ਤੁਸੀਂ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਨਵੇਂ ਸਾਲ ਦੇ ਮੌਕੇ ਦੇ ਉੱਪਰ ਦੱਸੋ ਵੀ ਇਹਦੇ ਤੋਂ ਸੰਯੁਕਤ ਸਮਾਜ ਮੋਰਚੇ ਤੋਂ ਲੋਕਾਂ ਨੂੰ ਕੀ ਉਮੀਦਾਂ। ਬਿਲਕੁਲ ਠੀਕ ਹੈ ਜੰਮੂ ਜੀ। ਜਿਹੜਾ ਸੰਯੁਕਤ ਸਮਾਜ ਮੋਰਚਾ ਹੈ ਉਹ ਸਾਡੇ ਸਾਹਮਣੇ ਹੈ ਵੀ 22 ਪਾਰਟੀਆਂ ਇਕੱਠੀਆਂ ਹੋਈਆਂ ਨੇ ਤੇ ਉਹਨਾਂ ਦੇ ਉੱਤੇ ਇੱਕ ਦਬਾਅ ਵੀ ਸੀ ਲੋਕਾਂ ਨੂੰ ਇਹ ਉਮੀਦ ਸੀ ਵੀ ਜੇ ਤੁਸੀਂ ਕਾਨੂੰਨ ਵਾਪਸ ਕਰਾਉਣ ਵਾਸਤੇ ਉੱਤੇ ਬੈਠੇ ਹੋ, ਠੰਡ 'ਚ ਬੈਠੇ ਹੋ, ਮੀਂਹ 'ਚ ਬੈਠੇ ਹੋ, ਗਰਮੀ 'ਚ ਬੈਠੇ ਹੋ ਤੇ ਤੁਸੀਂ ਕਾਨੂੰਨ ਬਣਾਉਣ ਵਾਲੇ ਆਪ ਹੀ ਕਿਉਂ ਨਾ ਬਣ ਜਾਓ। ਲੋਕਾਂ ਨੂੰ ਇਹ ਲੱਗਦਾ ਹੀ ਸੀ ਤੇ ਕੁਛ ਜਿਹੜੇ ਸੀ ਮੋਰਚੇ ਵਾਲਿਆਂ ਨੂੰ ਵੀ, ਮੋਰਚੇ 'ਚ ਜਿਨ੍ਹਾਂ ਨੇ ਇਹ ਮੋਰਚਾ ਬਣਾਇਆ ਸੰਯੁਕਤ ਸਮਾਜ ਮੋਰਚਾ, ਉਹਨਾਂ ਨੂੰ ਵੀ ਲੱਗਦਾ ਸੀ ਵੀ ਹਾਂ ਅਸੀਂ ਕੁਝ ਕਰ ਸਕਦੇ ਹਾਂ। ਤੇ ਕੁਝ ਦੇ ਵਿੱਚ ਲੀਡਰਸ਼ਿਪ ਦੀ ਉਹਨਾਂ ਨੂੰ ਵੀ ਇਹ ਮੁੱਖ ਮੰਤਰੀ ਹੋ ਸਕਦੇ ਨੇ, ਇਹ ਮੰਤਰੀ ਹੋ ਸਕਦੇ ਨੇ, ਫਿਰ ਇਹ ਕਿ ਅਸੀਂ ਮੁੱਖ ਮੰਤਰੀ ਬਣ ਕੇ ਵੀ ਕੁਝ ਕਰ ਸਕਦੇ ਹਾਂ ਪੰਜਾਬ ਦਾ। ਇਹੋ ਜਿਹੀ ਭਾਵਨਾ ਚੜੂਨੀ ਸਾਹਿਬ ਨੇ ਤਾਂ ਪਹਿਲਾਂ ਹੀ ਸ਼ੁਰੂ ਕਰਿਆ ਹੋਇਆ। ਸੋ ਇਸ ਕਰਕੇ ਇਹ ਭਾਵਨਾ ਤਾਂ ਲੋਕਾਂ 'ਚ ਵੀ ਹੈ, ਇਹਨਾਂ 'ਚ ਵੀ ਹੈ। ਉਸ ਦੇ ਨਾਲ ਜਿਹੜਾ ਇਹ ਗਠਨ ਹੋਇਆ ਇਹਦਾ ਬੇਸ਼ੱਕ ਇਹ ਇੱਕ ਪੱਖ ਹੈਗਾ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਸੀ ਉਹਦੇ ਵਿੱਚ ਇੱਕ ਤਰੇੜ ਪਈ ਹੈ, ਪਰ ਉਹਦੇ ਵਿੱਚ ਤਰੇੜ ਪੈਣ ਦੇ ਬਾਵਜੂਦ ਹੁਣ ਇਹ ਮੈਦਾਨ 'ਚ ਆ ਹੀ ਗਏ ਨੇ। ਹੁਣ ਤਾਂ ਕੋਈ ਦੋ ਰਹਿ ਰਹੀਆਂ ਨਹੀਂ, ਹੁਣ ਤਾਂ ਜਿਹੜੀ ਤਰੇੜ ਪੈਣੀ ਸੀ, ਜੋ ਹੋਣਾ ਸੀ ਉਹ ਹੋ ਚੁੱਕਿਆ। ਸੋ ਆਪਾਂ ਹੁਣ ਇਹ ਸਮਝੀਏ ਵੀ ਹੁਣ ਨਵਾਂ ਆਗਾਜ਼ ਕੀ ਕਰਿਆ ਜਾਵੇ। ਫਿਰ ਲੋਕ ਇਹ ਉਮੀਦ ਕਰਦੇ ਨੇ ਵੀ ਜੇ ਆਏ ਨੇ ਤਾਂ ਪਹਿਲਾਂ ਜਿਹੜੀ ਇੱਥੇ ਮਾਫੀਆ ਰਾਜ ਹੈ, ਜਿਹੜੀ ਭ੍ਰਿਸ਼ਟਾਚਾਰ ਦੀ ਨੀਤੀ ਹੈ, ਜਿਹੜਾ ਤੁਸੀਂ ਕਿਹਾ ਵੀ ਉਹ ਆਪ ਹਾਲੇ ਤੱਕ ਖਤਮ ਨਹੀਂ ਕਰ ਸਕੇ। ਇਸੇ ਤਰ੍ਹਾਂ ਹੀ ਹੋਰ ਜਿਹੜੇ ਮੁੱਦੇ ਨੇ ਉਹ ਆਪਾਂ ਆਉਂਦੇ ਹਾਂ ਬਾਅਦ ਦੇ ਵਿੱਚ। ਲੋਕ ਇਹਨਾਂ ਤੋਂ ਉਮੀਦ ਕਰਦੇ ਨੇ ਇੱਕ ਨਵੀਂ ਕਿਸਮ ਦੀ ਸਿਆਸਤ ਦੀ। ਸਿਆਸਤ ਦੇ ਵਿੱਚ ਬਹੁਤ ਗਿਰਾਵਟ ਆ ਗਈ। ਭਾਈ ਭਤੀਜਾਵਾਦ ਹੋ ਗਿਆ, ਪਰਿਵਾਰਵਾਦ ਹੋ ਗਿਆ, ਵਪਾਰਵਾਦ ਹੋ ਗਿਆ, ਜੀ ਹਜੂਰੀਏ ਬਣ ਗਏ ਉੱਤੇ ਤੋਂ ਥੱਲੇ ਤੱਕ, ਤੇ ਦੂਜਿਆਂ ਨੂੰ ਵਿਰੋਧੀਆਂ ਨੂੰ ਤੁੰਨ ਦੇਣ ਦੀ ਸਿਆਸਤ ਵਾਲੇ ਆ ਗਏ ਤੇ ਫੜ ਕੇ ਚਾਹੇ ਧੱਕੇ ਨਾਲ ਹੀ ਅੰਦਰ ਕਰ ਦਿਓ, ਇਹੋ ਜਿਹੀ ਸਿਆਸਤ ਵਾਲੇ ਆ ਗਏ, ਤੁੰਮਤਾਂ ਲਾਉਣ ਵਾਲੇ ਆ ਗਏ ਤੇ ਵਿਧਾਨ ਸਭਾ ਦੇ ਸੈਸ਼ਨ ਛੋਟੇ ਹੋਣ ਲੱਗੇ, ਇੱਕ ਦਿਨ ਦਾ ਹੀ ਸੈਸ਼ਨ ਹੋਣ ਲੱਗੇ। ਹੁਣ ਤਾਂ ਕੰਮ ਹੀ ਕੋਈ ਨਹੀਂ ਜੀ। ਪਾਰਟੀਆਂ ਬਦਲਣ ਦਾ ਰੁਝਾਨ ਫਟਾਫਟ ਇੱਧਰੋਂ ਪਾਰਟੀਆਂ ਦਾ ਤਾਂ ਬਹੁਤਾ ਹੋ ਗਿਆ। ਹਾਂ ਵੀ ਹੁਣ ਤਾਂ ਜਮੇ ਖੁੱਡੀ ਖੇੜੀ ਹੋ ਗਈ ਹੈ, ਕੋਈ ਸੰਗ ਸ਼ਰਮੀ ਨਹੀਂ ਰਹੀ। ਸੋ ਇਹ ਸਾਰੇ ਕਾਸੇ ਤੋਂ ਇੱਕ ਨਵੀਂ ਉਮੀਦ ਕਰੀ ਜਾਂਦੀ ਆ ਵੀ ਹੁਣ ਸਿਆਸਤ ਨੂੰ ਵੀ ਇੱਕ ਨਵਾਂ ਮੋੜਾ ਦੇਣ ਦੀ ਲੋੜ ਹੈ। ਜਿਵੇਂ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਨਵਾਂ ਮੋੜਾ ਦਿੱਤਾ ਹੈ ਸਟਰਗਲ ਨੂੰ, ਜਿਹੜੀ ਵਿਰੋਧ ਦੀ ਲਹਿਰ ਹੈ, ਰੋਸ ਦੀ ਲਹਿਰ ਨੂੰ। ਇਸੇ ਤਰ੍ਹਾਂ ਇਹਨਾਂ ਤੋਂ ਉਮੀਦ ਕਰਦੇ ਨੇ ਲੋਕ ਵੀ ਇੱਕ ਨਵੀਂ ਸਿਆਸਤ ਨੂੰ ਦੇਣਗੇ ਜਨਮ। ਮੇਰੇ ਖਿਆਲ ਲੋਕਾਂ ਤੇ ਨੌਜਵਾਨਾਂ 'ਚ ਖਾਸ ਕਰਕੇ ਇੱਕ ਜੀਣ ਦੀ ਚਿਣਗ ਜਿਹੜੀ ਆ ਉਹ ਇਸ ਮੋਰਚੇ ਨੇ ਜ਼ਰੂਰ। ਬਿਲਕੁਲ ਜਿਵੇਂ ਉਸਨੇ ਜੀਣ ਦੀ ਚਿਣਗ ਜਗਾਈ ਹੈ, ਜਿਵੇਂ ਕਿਸੇ ਜ਼ਮਾਨੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਚਿਣਗ ਜਗਾਈ ਸੀ ਕਿ ਕਾਮਨ ਮੈਨ, ਆਮ ਬੰਦਾ ਜਿਹੜਾ ਉਹ ਸਿਆਸਤ 'ਚ ਆ ਸਕਦਾ ਹੈ। ਇਹ ਹੁਣ ਜਿਹੜਾ ਸੰਯੁਕਤ ਸਮਾਜ ਮੋਰਚਾ ਉਹਦੇ 'ਚੋਂ ਵੀ ਇੱਕ ਉਮੀਦ ਲੋਕਾਂ 'ਚ ਇਹ ਵੀ ਹੈ ਵੀ ਆਮ ਬੰਦਾ ਵੀ ਇਹਦੇ 'ਚ ਆ ਸਕਦਾ ਹੈ। ਕੋਈ ਬਹੁਤਾ ਪੈਸਾ ਪੂਸਾ ਲਾਉਣ ਦੀ ਲੋੜ ਨਹੀਂ ਹੈ, ਕੋਈ ਪਰਿਵਾਰਕ ਪਿਛੋਕੜ ਹੋਣ ਦੀ ਲੋੜ ਨਹੀਂ ਹੈ। ਪਰ ਅਸੀਂ ਇੱਕ ਤਾਂ ਇਹ ਦੇਖੀਏ ਵੀ ਇਹ ਇੱਕ ਭਾਵਨਾ ਲੋਕਾਂ 'ਚ ਤਾਂ ਵੀ ਆਈ ਆ, ਆਮ ਆਦਮੀ ਪਾਰਟੀ ਦੇ ਤਜਰਬੇ ਨੂੰ ਦੇਖ ਕੇ ਵੀ ਆਈ ਹੈ ਵੀ ਦੇਖੋ ਜੀ ਉਹ ਅੰਦੋਲਨ ਸੀ, ਉਹਦੇ ਵਿੱਚੋਂ ਨਿਕਲਿਆ ਫਟਾਫਟ, ਦਿੱਲੀ ਦੇ ਵਿੱਚ ਉਹਨਾਂ ਜਿੱਤ ਗਏ, ਫਿਰ ਪੰਜਾਬ 4 ਸੀਟਾਂ ਜਿੱਤਣੀਆਂ, ਫਿਰ ਪੰਜਾਬ ਦੇ ਵਿੱਚ ਮੇਨ ਆਪੋਜੀਸ਼ਨ ਪਾਰਟੀ ਬਣ ਗਏ, ਦਿੱਲੀ ਦੀ ਸਰਕਾਰ ਟੁੱਟਣ ਦੇ ਬਾਵਜੂਦ ਦੁਬਾਰਾ ਜਿੱਤ ਗਏ, ਦੂਜੀ ਵਾਰ ਸਰਕਾਰ ਬਣੀ ਹੋਈ ਹੈ। ਸੋ ਵੀ ਐਡੀ ਥੰਪਿੰਗ ਮੈਜੋਰਟੀ, ਐਡੀ ਵੱਡੀ ਮੈਜੋਰਟੀ ਨਾਲ ਆਏ ਨੇ ਤਾਂ ਉਹਦੇ ਵਿੱਚ ਥੋੜ੍ਹੇ ਜਿਹੇ ਫਰਕ ਸਾਨੂੰ ਜ਼ਰੂਰ ਸਮਝ ਲੈਣੇ ਚਾਹੀਦੇ ਨੇ। ਫਿਰ ਇਸ ਮੋਰਚੇ ਦੇ ਆਪਾਂ ਦੇਖਾਂਗੇ ਫਿਰ ਇਹ ਉਮੀਦਾਂ ਕਿਵੇਂ ਪੂਰੀਆਂ ਕਰੇ। ਇੱਕ ਤਾਂ ਉਹਨਾਂ ਕੋਲ ਸਮਾਂ ਥੋੜ੍ਹਾ ਜਿਹਾ ਜ਼ਿਆਦਾ ਸੀ, ਇਹਨਾਂ ਕੋਲ ਤਾਂ ਸਮਾਂ ਹੈ ਹੀ ਨਹੀਂ। ਦੂਜੀ ਉਹ ਮੂਵਮੈਂਟ ਨੂੰ ਇੱਕ ਸਿਆਸੀ ਪਾਰਟੀ, ਵਿਰੋਧੀ ਸਿਆਸੀ ਧਿਰ ਡਟ ਕੇ ਸਪੋਰਟ ਕਰ ਰਹੀ ਸੀ।
ਤੇ ਉਹਦੀ ਆਈਡੀਓਲੋਜੀ ਦੇ ਬਹੁਤਾ ਨੇੜੇ ਵੀ ਸੀਗੇ। ਤੀਜਾ ਉਹਨਾਂ ਦਾ ਇੱਕੋ ਮੁੱਦਾ ਸੀ ਭ੍ਰਿਸ਼ਟਾਚਾਰ ਖਤਮ ਕਰਨਾ, ਹੋਰ ਕੋਈ ਉਹਨਾਂ ਦਾ ਮੁੱਦਾ ਨਹੀਂ ਸੀ। ਸੋ ਉਸ ਕਰਕੇ ਉਹ ਕਾਫੀ ਉਹਨਾਂ 'ਚ ਆ ਗਏ। ਪਰ ਜੋ ਭ੍ਰਿਸ਼ਟਾਚਾਰ ਬਾਰੇ ਤੁਸੀਂ ਕਿਹਾ ਹੀ ਆ, ਜੋ ਕੁਝ ਹੋਇਆ ਹੀ ਆ, ਪਾਰਟੀਆਂ ਦੀ ਟੁੱਟ ਭੱਜ ਦਾ ਉਹਨਾਂ ਦਾ ਆਪਾਂ ਸਭ ਤੋਂ ਜ਼ਿਆਦਾ ਦੇਖਿਆ। ਸੋ ਸਾਰਾ ਕੁਛ ਉਹ ਅਲਾਮਤਾਂ ਉਹਨਾਂ 'ਚੋਂ ਦੂਰ ਨਹੀਂ ਹੋਈਆਂ, ਭਾਵੇਂ ਕਿ ਉਹਨਾਂ ਨੇ ਕੁਛ ਭ੍ਰਿਸ਼ਟਾਚਾਰ ਦੇ ਉੱਤੇ ਕਰਿਆ ਕੰਮ, ਇਹੋ ਜਿਹੀ ਕੋਈ ਗੱਲ ਨਹੀਂ, ਦਿੱਲੀ 'ਚ ਕੋਈ ਸਿੱਖਿਆ ਸਿਹਤ ਦੇ ਵਿੱਚ ਵੀ ਕਰਿਆ। ਤੇ ਪਰ ਉਸ ਤਰੀਕੇ ਦਾ ਜਿਹੜਾ ਪਾਰਟੀਆਂ ਦੇ ਵਿੱਚ ਇੱਕ ਡੈਮੋਕ੍ਰੇਸੀ ਦੀ ਲੋੜ ਹੈ, ਜਮਹੂਰੀਅਤ ਦੀ ਲੋੜ ਹੈ, ਉਹ ਅਜੇ ਉੱਥੇ ਨਹੀਂ ਹੋਈ। ਕਿਉਂਕਿ ਉਹਨਾਂ ਦੇ 4 MP ਜਿੱਤੇ, 4 ਚੋਂ ਇੱਕ ਉਹਨਾਂ ਦਾ ਮਤਭੇਦ 'ਚ ਹੀ ਰਿਹਾ, ਇੱਕ ਬਿਲਕੁਲ ਵੱਖਰਾ ਹੋ ਕੇ ਦੂਜੇ ਪਾਸੇ ਜਾ ਰਿਹਾ ਸੀ ਵੀ, ਤੇ ਇੱਕ ਘਰੇ ਬੈਠਾ ਰਿਹਾ। ਹੁਣ ਉਹ ਨਹੀਂ, ਇੱਕੋ ਹੀ ਬੋਲਦਾ ਪਿਆ। ਸੋ ਜਿਹੜੀ ਉਹ ਸਿਆਸਤ ਦੇ ਸਿਆਸਤ 'ਚ ਫਰਕ ਹੈ। ਇਹ ਸੀਗਾ ਕਿਸਾਨ, ਉਹ ਮੱਧ ਵਰਗ ਦਾ ਅੰਦੋਲਨ ਸੀ, ਇਹ ਕਿਸਾਨੀ ਦਾ ਅੰਦੋਲਨ ਸੀ। ਕਿਸਾਨੀ ਦੇ ਨਾਲ ਮਜ਼ਦੂਰ ਵੀ ਕੁਛ ਹੱਦ ਤੱਕ ਜੁੜਿਆ, ਜਿਹਦੇ 'ਚ ਗਰੀਬ ਕਿਸਾਨੀ ਬਹੁਤ ਜ਼ਿਆਦਾ ਸੀ। ਲੋਕ ਤਾਂ ਕਹਿੰਦੇ ਧਨੀ ਕਿਸਾਨੀ ਆ, ਪਰ ਮੈਂ ਤਾਂ ਗਰੀਬ ਕਿਸਾਨੀ। ਤੇ ਕਿਉਂਕਿ ਪੰਜਾਬ ਦੇ ਵਿੱਚ ਵੀ 67% ਜਿਹੜੇ ਲੈਂਡ ਹੋਲਡਿੰਗ ਹੈ ਉਹ 5 ਏਕੜ ਤੋਂ ਘੱਟ ਵਾਲੀ ਹੈ, 2 ਹੈਕਟੇਅਰ ਤੱਕ ਦੀ ਹੈ, 5 4.5 ਏਕੜ ਦੀ। ਸੋ ਇਸ ਕਰਕੇ ਜਿਹੜੀ ਗਰੀਬ ਕਿਸਾਨੀ ਦਾ ਇਹ ਸੀਗਾ, ਤੇ ਪੇਂਡੂ ਜਨਤਾ ਦਾ ਸੀ ਜ਼ਿਆਦਾ, ਤੇ ਸ਼ਹਿਰੀਆਂ ਨੇ ਮਦਦ ਕਰੀ। ਸੋ ਇਸ ਕਰਕੇ ਇਹ ਅੰਦੋਲਨ ਯਾਰ ਕੋਈ ਇਹਨਾਂ ਨੇ ਸਿਆਸਤ ਨੂੰ ਵਿੱਚ ਨਹੀਂ ਆਉਣ ਦਿੱਤਾ, ਇਹ ਇੱਕ ਪੋਜ਼ਿਟਿਵ ਐਂਡ ਤੱਕ ਨਹੀਂ ਆਉਣ ਦਿੱਤਾ। ਹੁਣ ਵੀ ਜਦੋਂ ਢੁੱਟ ਮੱਕੇ ਆ ਕੇ ਆਏ ਨੇ, ਹੁਣ ਇਹਨਾਂ ਤੋਂ ਇਹੀ ਤਵੱਕੋ ਕੀਤੀ ਜਾਂਦੀ ਹੈ ਬਈ ਇਹ ਇੱਕ ਤਾਂ ਨਵੀਂ ਸਿਆਸਤ ਨੂੰ ਜਨਮ ਦੇਣਗੇ। ਉਹ ਸਿਆਸਤ ਕਿਹੜੀ ਹੋਊਗੀ ਜਿਹਦੇ 'ਚ ਪਰਿਵਾਰਵਾਦ ਦਾ ਕੋਈ ਥਾਂ ਨਹੀਂ ਹੋਏਗੀ, ਜਿਹਦੇ 'ਚ ਵਪਾਰ ਦੀ ਕੋਈ ਥਾਂ ਨਹੀਂ ਹੋਏਗੀ, ਜਿਹਦੇ 'ਚ ਜਿੱਤਣ ਵਾਸਤੇ ਹਰਬੇ ਵਰਤਣ ਦੀ ਕੋਈ ਥਾਂ ਨਹੀਂ ਹੋਏਗੀ, ਜਿਹਦੇ ਵਿੱਚ ਪਾਰਟੀਆਂ ਬਦਲਣ ਦੀ ਕੋਈ ਥਾਂ ਨਹੀਂ ਹੋਏਗੀ, ਜਿਹਦੇ 'ਚ ਪਾਰਟੀਆਂ ਨਾਲ ਬੇਅਸੂਲੇ ਸਮਝੌਤੇ ਜਾਂ ਸਮਝੌਤੇ ਸਿਰਫ ਜਿੱਤਣ ਵਾਸਤੇ ਸਮਝੌਤੇ ਕਰਨ ਦੀ ਕੋਈ ਥਾਂ ਨਹੀਂ ਹੋਏਗੀ, ਜਿਹਦੇ ਵਿੱਚ ਉਹਨਾਂ ਲੋਕਾਂ ਨਾਲ ਜਿਹੜੇ ਲੋਕ ਕਹਿੰਦੇ ਰਹੇ ਨੇ ਵੀ ਕਿਸਾਨੀ ਬਿੱਲ ਤਾਂ ਠੀਕ ਨੇ, ਕਿਸਾਨੀ ਕਾਨੂੰਨ ਤਾਂ ਠੀਕ ਨੇ, ਹੁਣ ਤਾਂ ਸਾਨੂੰ ਇਹਨਾਂ ਨਾਲ ਜਿਉਣਾ ਸਿੱਖਣਾ ਚਾਹੀਦਾ ਹੈ। ਉਹ ਕਈ ਪਾਰਟੀਆਂ ਨੇ ਮਿਲਗੋਬਾਜਾ ਵੀ ਬਣਾਇਆ, ਉਹਨਾਂ ਦੇ ਨਾਲ ਕੋਈ ਸਾਂਝ ਦਾ ਕੋਈ ਮਤਲਬ ਵੀ ਨਹੀਂ। ਜਿਹੜੇ ਤੁਹਾਡੇ ਬੇਸਿਕ ਮੁੱਦੇ ਦੇ ਉੱਤੇ ਤਾਂ ਥੋੜੇ ਉਲਟ ਨੇ, ਬਿਲਕੁਲ ਹੈ, ਉਹ ਲੋਕ ਅਧਿਕਾਰ ਦਾ ਐਸੀ ਹੋਰ ਸੀ ਉਹਨਾਂ ਦੇ। ਜੇ ਤੁਸੀਂ ਬੇਸਿਕ ਮੁੱਦੇ ਤੇ ਉਲਟ ਨੇ, ਉਹਨਾਂ ਨਾਲ ਤੁਸੀਂ ਸਾਂਝ ਪਾਓਗੇ, ਫਿਰ ਤਾਂ ਮਤਲਬ ਅਸੂਲ ਰਿਹਾ ਹੀ, ਫਿਰ ਤਾਂ ਅਸੂਲ ਪਹਿਲੇ ਹੀ ਖਤਮ ਹੋ ਗਿਆ। ਇੱਦਾਂ ਹੀ ਜੇ ਆਪ ਪਾਰਟੀ ਦੇ ਨਾਲ ਵੀ ਕੋਸ਼ਿਸ਼ ਕਰ ਰਹੇ ਨੇ ਸਾਂਝ ਪਾਉਣ ਦੀ, ਮੇਰੇ ਵਿਚਾਰ 'ਚ ਆਪ ਪਾਰਟੀ ਦਾ ਤਾਂ ਇੱਕੋ ਮੁੱਦਾ ਭ੍ਰਿਸ਼ਟਾਚਾਰ। ਉਹਨੇ 370 ਤੇ ਨਹੀਂ ਬੋਲੇ, ਉਹ 370 ਦੇ ਹੱਕ 'ਚ ਤਾਂ ਵੋਟ ਪਾਈ ਉਹਨਾਂ ਨੇ, ਉਹੀ ਮੈਂ ਕਹਿਣਾ, ਉਹਦੇ ਅਗੇਂਸਟ ਨਹੀਂ ਬੋਲੇ। ਜੇ ਉੱਥੇ ਸ਼ਹੀਨ ਬਾਗ 'ਚ ਗੋਲੀ ਚੱਲੀ ਉਦੋਂ ਨਹੀਂ ਬੋਲੇ। ਕਿਸਾਨੀ ਤਾਂ ਫਿਰ ਵੀ ਉੱਥੇ ਗਈ ਹੈ, ਸ਼ਹੀਨ ਬਾਗ ਦੀ ਮਦਦ ਕਰਨ ਗਈ ਸੀ ਕਿਸਾਨੀ ਤਾਂ। ਸੋ ਇਸੇ ਤਰ੍ਹਾਂ ਹੀ ਜਦ ਇਹਨਾਂ ਦੇ ਨਾਲ ਜਿਹੜਾ ਹਿੰਦੂਤਵਵਾਦ ਦਾ ਏਜੰਡਾ ਉਹ ਥੋੜ੍ਹਾ ਕਹਿਣਾ ਬਹੁਤਾ ਮਾੜਾ ਮੋਟਾ ਹੈਗਾ। ਸੋ ਇਸ ਕਰਕੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਪ ਨਾਲ ਵੀ ਇਹਨਾਂ ਦਾ, ਤੇ ਆਪ ਦੀ ਟੁੱਟ ਭੱਜ ਜਿੱਦਾਂ ਦੀ ਹੋਈ ਹੈ, ਜਿੱਦਾਂ ਦਾ ਉਹਨਾਂ ਦੇ ਅੰਦਰਲੇ ਹੋਣੇ, ਉਸ ਹਿਸਾਬ ਨਾਲ ਇਹਨਾਂ ਨੂੰ ਆਪ ਵੱਲ ਨਹੀਂ ਜਾਣਾ ਚਾਹੀਦਾ। ਕਿਉਂਕਿ ਆਪ ਦਾ ਤਾਂ ਅਜੇ ਵੀ ਮੁੱਦਾ ਭ੍ਰਿਸ਼ਟਾਚਾਰ ਹੀ ਹੈ, ਇਹਨਾਂ ਦਾ ਮੁੱਦਾ ਵੱਡਾ ਹੈ। ਵੱਡੇ ਮੁੱਦੇ ਵਾਲੇ ਉਹਦੇ ਨਾਲ ਰਲ ਕੇ ਕੀ ਕਰਨਗੇ? ਉਹ ਸਮਝਦੇ ਵੀ ਸਾਡੀ ਤਾਕਤ ਜ਼ਿਆਦਾ ਹੈ। ਸੋ ਉਹ ਜਿਨ੍ਹਾਂ ਦਾ ਇੱਕ ਮੁੱਦਾ ਉਹਨਾਂ ਦੀ ਉਹ ਤਾਕਤ ਆਪਦੀ ਜ਼ਿਆਦਾ ਸਮਝਦੇ ਨੇ, ਚਾਹੇ ਤਾਕਤ ਇਹਨਾਂ ਦੀ ਉਹ ਵੱਧ ਹੋਵੇ, ਅਜੇ ਤਾਂ ਉਹੀ ਸਮਝਦੇ ਨੇ ਵਿਚਾਰ ਚੰਡੀਗੜ੍ਹ ਦੀਆਂ ਚੋਣਾਂ ਜਿੱਤ ਕੇ, ਤੇ ਇਹਨਾਂ ਦੇ ਮੁੱਦੇ ਵੱਡੇ ਨੇ। ਸੋ ਇਸ ਕਰਕੇ ਅੱਜ ਇਹਨਾਂ ਦੀ ਇੱਕ ਲੋੜ ਹੈ ਨਵੀਂ ਸਿਆਸਤ ਦੀ ਪਿਰਤ ਪਾਉਣੀ, ਨਰੋਈ ਸਿਆਸਤ ਦੀ ਪਿਰਤ ਪਾਉਣੀ, ਸਿਆਸਤ ਦੀਆਂ ਨਵਾਨਾਂ ਨੂੰ ਜਿਹੜੇ ਥੱਲੇ ਤੱਕ ਰਿੜਦਾ ਹੀ ਜਾ ਰਿਹਾ ਹੈ ਉਹਨੂੰ ਰੋਕਣਾ, ਠੱਡ ਪਾਉਣੀ। ਉਹਦੇ ਵਾਸਤੇ ਅੱਜ ਜ਼ਰੂਰੀ ਹੈ ਕਿ ਇੱਕ ਤਾਂ ਇਹ ਆਪਦਾ ਏਜੰਡਾ ਤੈਅ ਕਰ ਦੇਣ ਕਿ ਅਸੀਂ ਸਿੱਖਿਆ 'ਚ, ਸਿਹਤ 'ਚ, ਪਰਿਆਵਰਨ 'ਚ, ਖੇਤੀ 'ਚ, ਰੁਜ਼ਗਾਰ ਦੇ ਮਾਮਲੇ 'ਚ, ਭ੍ਰਿਸ਼ਟਾਚਾਰ ਦੇ ਮਾਮਲੇ 'ਚ, ਮਾਫੀਆ ਰਾਜ ਦੇ ਮਾਮਲੇ ਦੇ ਵਿੱਚ, ਜ਼ਿੰਮੇਵਾਰੀ, ਜਵਾਬਦੇਹੀ ਤੇ ਪਾਰਦਰਸ਼ਤਾ ਦੇ ਮਾਮਲੇ ਦੇ ਵਿੱਚ, ਸਰਕਾਰੀ ਕੰਮ ਦੇ ਵਿੱਚ, ਨੌਕਰੀਆਂ ਦੇ ਮਾਫੀਏ ਨੂੰ ਖਤਮ ਕਰਨ ਦੇ ਵਿੱਚ, ਤੇ ਸਰਕਾਰੀ ਦਫ਼ਤਰਾਂ 'ਚ ਲੋਕਾਂ ਦਾ ਕੰਮ ਹੋਵੇ, ਇਹਦੇ ਵਿੱਚ ਸਰਕਾਰ ਦੇ ਖਜ਼ਾਨੇ 'ਚ ਪੈਸਾ ਕਿਵੇਂ ਆਵੇ, ਇਹਦੇ ਵਿੱਚ ਸਰਕਾਰ ਪੰਜਾਬ ਦੀ ਹੈ ਜਿਹੜੀ ਉਹਦੇ ਕੇਂਦਰ ਨਾਲ ਜਿਹੜੇ ਸੰਬੰਧ ਨੇ, ਜਿਹੜੇ ਕੇਂਦਰ ਨੇ ਸਾਰੀਆਂ ਸ਼ਕਤੀਆਂ ਖੋਹ ਰੱਖੀਆਂ ਨੇ, ਉਹ ਕਿਵੇਂ ਵਾਪਸ ਦੇਵਾਂਗੇ। ਇਹਨਾਂ ਗੱਲਾਂ ਦੇ ਉੱਤੇ ਇਹਨਾਂ ਤੋਂ ਲੋਕ ਤਵੱਕੋ ਕਰਦੇ ਨੇ ਵੀ, ਕਿਉਂਕਿ ਇਹ ਸਾਰੇ ਮੁੱਦੇ ਨੇ ਪੰਜਾਬ ਦੇ। ਇਹ ਮੁੱਦੇ ਜਿੰਨੇ ਚਿਰ ਪਾਣੀ ਸਾਰੇ ਖਰਾਬ ਹੋ ਗਏ, ਹਵਾ ਖਰਾਬ ਹੋ ਗਈ, ਪਰਿਆਵਰਨ 'ਚ ਅਸੀਂ ਲਈਏ, ਤੇ ਮਿੱਟੀ ਖਰਾਬ ਹੋ ਗਈ, ਉਹਦਾ ਕਿਵੇਂ ਹੱਲ ਕਰਨਗੇ? ਪਾਣੀ ਸਾਰਿਆਂ ਦਾ ਖਰਾਬ ਹੋ ਗਿਆ, ਧਰਤੀ ਦੇ ਥੱਲੇ ਵੀ ਪਾਣੀ ਖਰਾਬ ਹੋ ਗਿਆ, ਉਹਦੇ ਹੱਲ ਵੱਲ ਕਿਵੇਂ ਵਧਣਗੇ? ਇਹ ਨਹੀਂ ਇੱਕ ਦਿਨ 'ਚ ਹੱਲ ਕਰ ਦੇਣਗੇ, ਪਰ ਇਹਨਾਂ ਨੂੰ ਕੋਈ ਨਾ ਕੋਈ ਨੀਤੀ ਲੋਕਾਂ ਦੇ ਸਾਹਮਣੇ ਆਪਦੇ ਚੋਣ ਮਨੋਰਥ ਪੱਤਰ ਦੇ ਵਿੱਚ, ਜਿਹਨੂੰ ਆਪਾਂ ਮੈਨੀਫੈਸਟੋ ਕਹਿੰਦੇ, ਇਲੈਕਸ਼ਨ ਮੈਨੀਫੈਸਟੋ, ਉਹਦੇ 'ਚ ਕੱਢੇ ਮੁੱਦੇ ਦੇ ਉੱਤੇ ਵਿਸਤਾਰ ਨਾਲ ਲਿਖਣਾ ਪਏਗਾ। ਇੱਕ ਹੈਗਾ ਅਸੀਂ ਪਰਿਆਵਰਨ ਠੀਕ ਕਰਾਂਗੇ ਜੀ, ਅਸੀਂ ਸਿੱਖਿਆ ਠੀਕ ਕਰਾਂਗੇ, ਇਹਦਾ ਕੋਈ ਫਾਇਦਾ ਨਹੀਂ ਹੈ, ਇਹ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ। ਇੱਕ ਨਵਾਂ ਨਵੇਕਲਾ ਚੋਣ ਮਨੋਰਥ ਪੱਤਰ ਜਿਹ 'ਚ ਹਰੇਕ ਗੱਲ ਦਾ ਬਿਆਨ ਹੋਵੇ ਵੀ ਅਸੀਂ ਐਂ ਠੀਕ ਕਰਾਂਗੇ, ਅਸੀਂ ਐਂ ਲੋਕਾਂ ਨੂੰ ਰੁਜ਼ਗਾਰ ਦਿਆਂਗੇ, ਅਸੀਂ ਐਂ ਮਨਰੇਗਾ ਦੀ ਦਿਹਾੜੀ ਦੇ ਵਿੱਚ ਹੱਲ ਕਰਾਂਗੇ ਮਸਲਾ, ਅਸੀਂ ਐਂ ਜਿਹੜੀ ਪ੍ਰਾਈਵੇਟ ਦੇ ਵਿੱਚ, ਪ੍ਰਾਈਵੇਟ ਸਕੂਲਾਂ 'ਚ, ਹੋਰ 'ਚ ਜਿੱਥੇ ਮਿਨੀਮਮ ਵੇਜ ਵੀ ਨਹੀਂ ਮਿਲਦੀ, ਅਸੀਂ ਐਂ ਦੇਵਾਂਗੇ। ਜਿੱਥੇ ਸਰਕਾਰੀ ਅਦਾਰੇ ਠੇਕੇ ਦੇ ਬੰਦਿਆਂ ਨੂੰ ਲਾ ਕੇ ਮਿਨੀਮਮ ਵੇਜ ਨਹੀਂ ਦੇ ਰਹੇ, ਅਸੀਂ ਐਂ ਉੱਥੇ ਮਿਨੀਮਮ ਵੇਜ ਦੇਵਾਂਗੇ।
ਅਸੀਂ ਲੋਕਾਂ ਦੀ ਜਿਹੜੇ ਟੈਕਸ ਇਕੱਠੇ ਕਰੇ ਜਾ ਰਹੇ ਨੇ ਉਹਦੀ ਨਿਆਂ ਸੰਗਤ ਵੰਡ ਲੋਕਾਂ ਦੇ ਵਿੱਚ ਲੱਗੇ, ਉਹ ਕਿਵੇਂ ਕਰਾਂਗੇ, ਉਹ ਸਾਰਾ ਕੁਝ ਦੱਸਣਾ ਪਏਗਾ। ਡਾਕਟਰ ਸਾਹਿਬ, ਇੱਕ ਭ੍ਰਿਸ਼ਟਾਚਾਰ ਦਾ ਮੁੱਦਾ ਤਾਂ ਅਹਿਮ ਹੈ। ਸਾਡੇ ਜਿਹੜਾ ਸਿਸਟਮ ਹੈ ਇਹਦੇ 'ਚ ਨਾ ਤਾਂ ਕਿਤੇ ਪਾਰਦਰਸ਼ਤਾ, ਨਾ ਕਿਤੇ ਜਵਾਬਦੇਹੀ ਹੈ। ਬਿਲਕੁਲ ਠੀਕ ਹੈ। ਜਿੰਨਾ ਚਿਰ ਇਹ ਦੋਨੇ ਹੀ ਗੱਲਾਂ ਦੀ ਗਰੰਟੀ ਨਹੀਂ ਕੀਤੀ ਜਾਂਦੀ ਬਿਲਕੁਲ ਤਾਂ ਉਹਨਾਂ ਚਿਰ ਸਿਸਟਮ ਨੂੰ ਸਿੱਧਾ ਨਹੀਂ ਕੀਤਾ ਜਾ ਸਕਦਾ। ਇਹ ਗੱਲ ਮੇਰਾ ਖਿਆਲ ਇਹਨਾਂ ਨੂੰ ਵੀ ਕਰਨੀ ਪਏਗੀ। ਬਿਲਕੁਲ ਠੀਕ ਹੈ। ਪਹਿਲ ਦੇ ਆਧਾਰ ਤੇ। ਹਾਂ, ਯੂਪੀਏ ਨੇ 2005 ਚ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਲਿਆਂਦਾ ਸੀ, ਉਹਨੇ ਕਾਫੀ ਫਰਕ ਪਾਇਆ ਸੀ। ਇਹਨਾਂ ਨੂੰ ਵੀ ਇਦਾਂ ਦਾ ਕੋਈ ਨਾ ਕੋਈ, ਇੱਥੇ ਪਿਛਲੀ ਸਰਕਾਰ ਲਿਆਈ ਸੀ ਅਕਾਲੀਆਂ ਦੀ ਰਾਈਟ ਟੂ ਸਰਵਿਸ ਐਕਟ, ਉਹ ਸਰਵਿਸ ਐਕਟ ਨਾਲ ਮਾਮਲਾ ਹੱਲ ਨਹੀਂ ਹੁੰਦਾ ਵੱਡਾ। ਇਹਨਾਂ ਨੂੰ ਵੀ ਕੋਈ ਇਸ ਤਰ੍ਹਾਂ ਦਾ ਬਣਾਉਣਾ ਪਏਗਾ ਲੋਕਾਂ, ਪਰ ਉਹ ਪਹਿਲਾਂ ਉਹਦੀ ਦੱਸਣੀ ਪਊ ਮਾੜੀ ਮੋਟੀ ਰੂਪ ਰੇਖਾ। ਜੇ ਹੁਣ ਰੂਪ ਰੇਖਾ ਧਿਆਨ 'ਚ ਨਹੀਂ, ਫਿਰ ਬਾਅਦ 'ਚ ਨਹੀਂ ਰਹਿੰਦੀ ਹੁੰਦੀ। ਹੁਣ ਲੋਕਾਂ ਦੇ ਸਾਹਮਣੇ ਚੋਣ ਮਨੋਰਥ ਪੱਤਰ ਦੇ ਵਿੱਚ ਹਰੇਕ ਗੱਲ ਦਾ ਇੱਕ ਵਿਸਤਾਰ ਦੇਣਾ ਜ਼ਰੂਰੀ ਹੈ, ਕਿਉਂਕਿ ਜੇ ਉਹਨੂੰ ਸਟੱਡੀ ਨਹੀਂ ਕਰਾਂਗੇ ਆਪਾਂ, ਰੋਗ ਬੁੱਝਣਾ ਜ਼ਰੂਰੀ ਹੁੰਦਾ ਹੈ। ਜੇ ਅਸੀਂ ਇਹ ਰੋਗ ਹੀ ਨਹੀਂ ਬੁੱਝਾਂਗੇ ਵੀ ਕੀ ਹੈ, ਫਿਰ ਦਾਰੂ ਕਿਵੇਂ ਲੱਭਾਂਗੇ? ਸੋ ਇਸ ਕਰਕੇ ਇਹ ਰੋਗ ਦੀ ਜਿੰਨਾ ਚਿਰ ਪਛਾਣ ਨਹੀਂ ਕਰੀ ਜਾਂਦੀ, ਉਹ ਚੋਣ ਮਨੋਰਥ ਪੱਤਰ 'ਚ ਹੋਵੇ, ਉਹ ਇਹਨਾਂ ਦੇ ਥੱਲੇ ਵਾਲੇ ਵਰਕਰ ਤੱਕ ਨੂੰ ਪਤਾ ਹੋਵੇ, ਪਿੰਡਾਂ ਦੇ ਆਮ ਲੋਕਾਂ ਨੂੰ ਪਤਾ ਹੋਵੇ, ਤਾਂ ਇਹ ਠੀਕ ਹੋਣੀ ਹੈ। ਸੋ ਇੱਕ ਤਾਂ ਚੋਣ ਮਨੋਰਥ ਪੱਤਰ ਇੱਦਾਂ। ਦੂਜਾ ਜਿਹੜਾ ਮੈਂ ਕਿਹਾ ਵੀ ਕਿਸੇ ਨਾਲ ਬੇਸੁਰਾ ਸਮਝੌਤਾ ਨਾ ਕਰਨਾ। ਬੇਸੁਰਾ ਕੀ ਸਮਝੌਤਾ ਤਾਂ ਵੈਸੇ ਕਰਨਾ ਨਹੀਂ, ਕਿਉਂਕਿ ਇਹਨਾਂ ਹੋਰ ਕੋਈ ਜੇ ਹੀ ਨਹੀਂ ਰਹੀ ਜੀ ਸਿਆਸਤ ਜਿਹੜੀ ਦੇਣਾ ਚਾਹੁੰਦੇ ਨੇ, ਸੋ ਸਮਝੌਤੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਇਹਦੇ 'ਚ। ਤੀਜਾ ਜਿਹੜਾ ਮੇਰੀ ਸਮਝ ਇਹ ਹੈ ਵੀ ਇਹਨਾਂ ਨੂੰ ਆਪਦੀ ਤਾਕਤ ਦੇ ਉੱਤੇ, ਜਿਵੇਂ ਹੁੰਦਾ ਪਹਿਲਾਂ ਇਹ ਵੀ ਕਹਿੰਦੇ ਸੀ ਵੀ ਮੋਰਚਾ ਕਿੱਥੋਂ ਜਿੱਤਿਆ ਜਾਣਾ, ਇੱਦਾਂ ਹੀ ਇਹਨਾਂ ਨੂੰ ਕਹਿੰਦੇ ਵੀ ਇਹਨਾਂ ਨੇ ਕੀ ਕਰ ਲੈਣਾ। ਸੋ ਪਰ ਇਹਨਾਂ ਨੂੰ ਆਪਦੀ ਤਾਕਤ ਦੇ ਉੱਤੇ ਥੋੜ੍ਹਾ ਆਪਣਾ ਆਪ ਸਵੈ ਭਰੋਸਾ, ਸਿਦਕ ਤੇ ਸਿਰੜ ਵੀ ਹੋਣਾ ਜ਼ਰੂਰੀ ਹੈ। ਅਤੇ ਉਹ ਸਿਦਕ ਤੇ ਸਿਰੜ ਦੇ ਰਾਹੀਂ ਇਹਨਾਂ ਨੂੰ ਇਹ ਕਰਨਾ ਚਾਹੀਦਾ ਹੈ ਕਿ ਜਿਵੇਂ ਅਸੀਂ ਕਹਿੰਦੇ ਪਿੰਡਾਂ ਦਾ ਭਾਈਚਾਰਾ ਮੇਨਟੇਨ ਰਹੇ, ਪਿੰਡਾਂ ਦਾ ਭਾਈਚਾਰਾ ਰੱਖਣ, ਇਹ ਦੱਸਣ ਵੀ ਅਸੀਂ ਗ੍ਰਾਮ ਸਭਾਵਾਂ ਦੀਆਂ ਤਾਕਤਾਂ ਨੂੰ ਕਿਵੇਂ ਤਕੜੀਆਂ ਕਰਾਂਗੇ, ਬਲਾਕ ਸੰਮਤੀਆਂ ਦੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ, ਅਸੀਂ ਕਿਵੇਂ ਹਲਕਾ ਇੰਚਾਰਜਾਂ ਦੀ ਪ੍ਰਥਾ ਖਤਮ ਕਰਾਂਗੇ, ਜਿਹੜਾ ਚੁਣਿਆ ਹੋਇਆ MLA ਹੈ ਉਹੀ ਉੱਥੇ ਉਹਦੀ ਪੂਰੀ ਚੱਲੇ ਉਸ ਤਰੀਕੇ ਨਾਲ, ਚਾਹੇ ਉਹ ਵਿਰੋਧੀ ਧਿਰ ਦਾ ਵੀ ਕਿਉਂ ਨਾ ਹੋਵੇ। ਅਸੀਂ ਅਜਲਾਸ ਜਿਹੜੇ ਇੱਕ ਦਿਨ ਦੇ ਹੋਣ ਲੱਗੇ, ਉੱਥੇ ਅਜਲਾਸ ਵੱਡੇ ਕਰਾਂਗੇ, ਚਰਚਾ ਕਰਾਂਗੇ, ਕਿਵੇਂ ਮੁੱਦੇ ਦੀ ਚਰਚਾ ਕਰਾਂਗੇ, ਵਿਰੋਧੀ ਧਿਰ ਨੂੰ ਕਿਵੇਂ ਸਾਂਭਣਗੇ ਇੱਕ ਦੂਜੇ ਦੇ ਦੂਸ਼ਣ ਲਾਉਣ ਤੋਂ ਬਿਨਾਂ। ਉਹ ਗੱਲ ਇੱਕ ਵੱਡਾ ਮੁੱਦਾ ਤਾਂ ਹੈਗਾ ਹੀ ਉਹ। ਇਸੇ ਤਰ੍ਹਾਂ ਹੀ ਬਿਊਰੋਕ੍ਰੇਸੀ ਨੂੰ ਕਿਵੇਂ ਹੈਂਡਲ ਕਰਨਗੇ। ਫਿਰ ਇਹਨਾਂ ਦੇ ਵਿੱਚ ਇਹ ਹੈ ਕਿ ਜਿਹੜੀਆਂ ਮਿਊਨਿਸਪਲ ਕਮੇਟੀਆਂ ਨੇ, ਉੱਥੇ ਵਾਰਡ ਸਭਾਵਾਂ ਨੇ, ਉਹ ਵਾਰਡ ਸਭਾਵਾਂ ਨੂੰ ਐਕਟਿਵ ਕਿਵੇਂ ਕਰਨਗੇ ਤਾਂ ਕਿ ਉਹ ਆਪਦਾ ਕੰਮ ਕਰਨ। ਕਿਉਂਕਿ ਜਿੰਨਾ ਚਿਰ ਤੁਸੀਂ ਲੋਕਾਂ ਨੂੰ, ਆਮ ਲੋਕਾਂ ਨੂੰ ਵਿੱਚ ਸ਼ਾਮਲ ਨਹੀਂ ਕਰਦੇ ਪ੍ਰਸ਼ਾਸਨ ਦੇ, ਜਿਹੜਾ ਕਿ ਸਾਡਾ ਸੰਵਿਧਾਨ ਇਜਾਜ਼ਤ ਦਿੰਦਾ, ਉਹਨਾਂ ਚਿਰ ਤੁਸੀਂ ਸੁਧਾਰ ਨਹੀਂ ਕਰ ਸਕਦੇ। ਕਦੀ ਕੈਬਨਿਟ ਨਹੀਂ ਕੁਛ ਕਰ ਸਕਦੀ, ਕਦੀ ਮੁੱਖ ਮੰਤਰੀ ਨਹੀਂ ਕਰ ਸਕਦਾ। ਸੋ ਲੋਕਾਂ ਦਾ ਕਦੀ ਬਿਊਰੋਕ੍ਰੇਸੀ ਨਹੀਂ ਕਰ ਸਕਦੀ, ਕਦੇ ਮਹਿਕਮੇ ਨਹੀਂ ਕਰ ਸਕਦੇ। ਸਾਨੂੰ ਲੋਕਾਂ ਨੂੰ ਨਹੀਂ ਤਾਂ ਇੱਥੇ ਕੀਟਨਾਸ਼ਕ ਮਾੜੇ ਜੀ, ਇੱਥੇ ਬੀਜ ਮਾੜੇ ਜੀ, ਇੱਥੇ ਜਿਹੜਾ ਹੈਗਾ ਖਰਾਬੇ ਦਾ ਮੁਆਵਜ਼ਾ ਦੇਣ ਵੇਲੇ ਵੀ ਹੇਰਾਫੇਰੀ ਹੋ ਜਾਂਦੀ ਹੈ, ਜ਼ਮੀਨਾਂ ਪਾਰ ਕਰਨ ਵੇਲੇ ਹੇਰਾਫੇਰੀ। ਇਹ ਸਾਰਾ ਕੁਝ ਤਹਿਸੀਲਦਾਰ ਤੇ ਰਜਿਸਟਰੀਆਂ ਹੁੰਦੀਆਂ ਹੀ ਨਹੀਂ। ਥਾਣੇ ਦੇ ਵਿੱਚ ਜੋ ਹਾਲ ਹੁੰਦਾ, ਮਨਰੇਗਾ ਦੀ ਦਿਹਾੜੀ ਨਹੀਂ ਮਿਲਦੀ। ਸੋ ਇਹਨਾਂ ਸਾਰਿਆਂ ਮਾਮਲਿਆਂ ਨੂੰ ਹੱਲ ਕਰਨ ਵਾਸਤੇ ਕਿਵੇਂ ਇਹ ਲੋਕਾਂ ਦੀਆਂ ਕਮੇਟੀਆਂ ਨਾਲ ਲੈ ਕੇ, ਲੋਕਾਂ ਦੀਆਂ ਕਮੇਟੀਆਂ ਬਣਾ ਕੇ, ਮੌਕੇ ਦੇ ਉੱਤੇ ਗ੍ਰਾਮ ਪੰਚਾਇਤਾਂ, ਗ੍ਰਾਮ ਸਭਾਵਾਂ, ਵਾਰਡ ਸਭਾਵਾਂ, ਮਿਊਨਿਸਪਲ ਕਮੇਟੀਆਂ, ਉਹਨਾਂ ਦੇ ਹੱਕ ਬਹਾਲ ਕਰਕੇ ਸਥਾਨਕ ਸਰਕਾਰਾਂ ਤੇ ਪੰਚਾਇਤਾਂ ਰਾਹੀਂ ਕਿਵੇਂ ਇਹ ਰਾਜ ਨੂੰ ਤਕੜਾ ਕਰਨਗੇ, ਜਮਹੂਰੀਅਤ ਨੂੰ ਤਕੜਾ ਕਰਨਗੇ। ਤੇ ਹੁਣ ਵੀ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਭਾਈਚਾਰੇ 'ਚ, ਜਾਤ ਪਾਤ 'ਚ, ਧਰਮ 'ਚ ਪੈਣ ਦੀ ਬਜਾਏ ਇਹ ਘੱਟੋ ਘੱਟ ਇਹ ਕਹਿਣ ਕਿ ਅਸੀਂ ਸਾਂਝੀ ਥਾਂ 'ਤੇ ਆਵਾਂਗੇ, ਸਾਡਾ ਬੰਦਾ ਆਏਗਾ, ਤੁਸੀਂ ਇਕੱਠੇ ਹੋ ਕੇ ਉਹਨੂੰ ਸਵਾਲ ਕਰ ਸਕਦੇ ਹੋ, ਅਸੀਂ ਠਰਮੇ ਨਾਲ ਉਹਦੇ ਜਵਾਬ ਦੇਵਾਂਗੇ, ਲਿਖਤੀ ਜਵਾਬ ਦੇਵਾਂਗੇ। ਤੁਸੀਂ ਲਿਖਤੀ ਸਭ ਤੋਂ ਸਵਾਲ ਪੁੱਛੋ, ਅਸੀਂ ਲਿਖਤੀ ਜਵਾਬ। ਮੈਨੂੰ ਲੱਗਦਾ ਹੈ ਵੀ ਜੇ ਇਹ ਪਾਸਾ ਸ਼ੁਰੂ ਕਰ ਜਾਣ ਤਾਂ ਇਹਨਾਂ ਦੇ ਪੂਰੇ ਜਿੰਨਾ ਵੀ ਕੋਈ ਵਿਰੋਧ ਕਰਨ ਵਾਲੇ ਨੇ, ਜਿੰਨਾ ਵੀ ਇਹਨਾਂ 'ਤੇ ਕੋਈ ਟੀਕਾ ਟਿੱਪਣੀ ਕਰਦੇ ਨੇ, ਘੱਟੋ ਘੱਟ ਉਹਦਾ ਇੱਕ ਜਵਾਬ ਵਧੀਆ ਦੇ ਸਕਣਗੇ ਵੀ ਦੇਖੋ ਅਸੀਂ ਸੱਚੀ ਸੁੱਚੀ ਸਿਆਸਤ 'ਚ ਗਏ, ਅਸੀਂ ਕੋਈ ਲਾਲਚ 'ਚ ਨਹੀਂ ਗਏ, ਲੋਕਾਂ ਦਾ ਦਬਾਅ ਸੀ ਅਸੀਂ ਗਿਆ। ਜੇ ਪਰ ਇਹ ਉਹੀ ਵੀ ਹੁਣ ਜੇ ਆਪ ਵਾਲਿਆਂ ਨੇ ਸਾਨੂੰ ਨਾ ਕਰਿਆ ਫਿਰ ਅਸੀਂ ਦੇਖਾਂਗੇ, ਉਹਨਾਂ ਨੂੰ ਵੀ ਹਰਾ ਦਾਂਗੇ, ਉਹ ਡੱਡੇਵਾਲ ਤਾਂ ਸਾਡਾ ਪਹਿਲਾਂ ਹੀ ਵਿਰੋਧੀ ਹੈ, ਉਹ ਗ੍ਰਾਹਾਂ ਨੂੰ ਮੈਂ ਕੀ ਸਮਝਦਾ, ਫਿਰ ਜੇ ਇਹੀ ਜੀ ਸਿਆਸਤ ਕਰਨੀ ਹੈ ਤਾਂ ਮੈਨੂੰ ਲੱਗਦਾ ਕੋਈ ਬਹੁਤਾ ਫਾਇਦਾ ਨਹੀਂ। ਫਿਰ ਇੱਕ ਹੋਇਆ ਕਿ ਦੂਜਾ ਹੋਇਆ। ਡਾਕਟਰ ਸਾਹਿਬ, ਇਹ ਤਾਂ ਮਾਮਲੇ ਹੈਗੇ। ਇੱਕ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਵੀ ਆ, ਜਿਹੜਾ ਹੁਣ 3 ਲੱਖ ਕਰੋੜ ਦੇ ਕਰੀਬ ਹੈ, ਉਹ ਜਦੋਂ ਚੋਣਾਂ ਹੋ ਜਾਣੀਆਂ ਉਸ ਤੋਂ ਬਾਅਦ ਇਹ 3,21,000 ਕਰੋੜ ਦਾ ਹੋ ਜਾਣਾ। ਬਿਲਕੁਲ ਠੀਕ ਹੈ। ਉਹਦੇ ਨਾਲ ਹੀ ਜਿਹੜਾ GST ਤੋਂ ਪੈਸਾ ਮਿਲਦਾ, ਜਿਹੜਾ ਕਿ 14% ਹਰ ਸਾਲ ਵੱਧ ਮਿਲਦਾ ਸੀਗਾ, ਉਹ ਵੀ ਜਿਹੜਾ ਜੂਨ ਜੁਲਾਈ 'ਚ ਜਾ ਕੇ ਜਿਹੜਾ ਖਤਮ ਹੋ ਜਾਣਾ। ਸੋ ਪੰਜਾਬ ਦੇ ਸਿਰ ਜਿਹੜਾ ਵਿੱਤੀ ਜਿਹੜਾ ਮਾਮਲਾ ਹੈ, ਵਿੱਤੀ ਸੰਕਟ ਜਿਹੜਾ, ਇਹ ਬਹੁਤ ਗਹਿਰਾ ਜਾਏਗਾ। ਉਹਦਾ ਵੀ ਕੋਈ ਨਾ ਕੋਈ ਤਾਂ ਇਹਨਾਂ ਨੂੰ ਖਾਕਾ ਲਿਖਣਾ ਪਏਗਾ ਵੀ ਇਹ ਮਾਮਲੇ ਤੇ ਜਿਹੜੀ ਸਾਡੇ ਬਿਪਤਾ ਪੈਣ ਵਾਲੀ ਪੰਜਾਬ ਨੂੰ, ਉਹਦਾ ਵੀ ਹੱਲ ਅਸੀਂ ਬਿਲਕੁਲ ਇਹਨਾਂ ਨੂੰ ਕਰਨਾ ਪਏਗਾ। ਇਹਨਾਂ ਨੂੰ ਦੇਖਣਾ ਪਏਗਾ ਵੀ ਸਾਨੂੰ ਟੈਕਸ ਇਕੱਠਾ ਕਿੰਨਾ ਹੁੰਦਾ। ਟੈਕਸ ਦਾ ਸਾਰਾ 50,000 ਕਰੋੜ ਹੁੰਦਾ ਇਕੱਠਾ,
ਬਜਟ 1,68,000 ਕਰੋੜ ਦਾ ਸੀ ਪਿਛਲਾ। ਆ ਜਿਹੜਾ ਹੁਣ ਇਹਦੇ ਪੈ ਗਏ ਹਾਂਜੀ 3.25 ਲੱਖ, ਉਹ ਬਜਟ 'ਚ 1,68,000 ਕਰੋੜ 'ਚ ਕਰਜ਼ਾ ਸੀਗਾ 2,76,000 ਕਰੋੜ ਹੋਣਾ ਸੀਗਾ, ਤੇ ਹੁਣ ਇਹ 50,000 ਕਰੋੜ ਕਰਜ਼ਾ ਹੋਰ ਵੱਧ ਗਿਆ, 3,21,000 ਕਰੋੜ ਹੋ ਗਿਆ। ਤੇ ਉਹ 50,000 ਕਰੋੜ ਤਾਂ ਉਹਦੇ ਵਿੱਚ ਹੀ ਉੱਡ ਜਾਣਾ, ਤੇ ਕਿੱਥੋਂ ਦੇਣਗੇ ਤਨਖਾਹਾਂ ਹੋਰ ਜਿੰਨਾ ਜੋ ਕੁਛ ਇਹ ਹੋ ਰਿਹਾ ਹੁਣ ਚੋਣਾਂ ਦੇ ਦੌੜ ਦੇ ਵਿੱਚ ਜੋ ਹੁਣ ਕਰੀ ਜਾ ਰਹੀ ਹੈ ਸਰਕਾਰ ਅਨਾਉਂਸਮੈਂਟਾਂ, ਇਹਦਾ ਕਿੱਥੋਂ ਲਿਆਉਣਗੇ, ਹੱਲ ਕਿੱਥੋਂ ਕਰਨਗੇ? ਕਰਨਾ ਜ਼ਰੂਰੀ ਹੈ। ਹੁਣ ਜੇ ਤੁਸੀਂ ਆਂਗਣਵਾੜੀਆਂ ਨੂੰ ਕਿਹਾ ਅਸੀਂ 2,500 ਰੁਪਇਆ ਦੇ ਦਾਂਗੇ ਪਰ ਮੰਥ ਨਾ ਉਹਨਾਂ ਨੂੰ ਆਸ਼ਾ ਨੂੰ 2,000 ਰੁਪਇਆ, ਤੇ ਕੋਈ ਮਾੜੀ ਗੱਲ ਨਹੀਂ, ਜੇ ਦੇਣਾ ਚਾਹੀਦਾ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਮਿਡ ਡੇ ਮੀਲ ਕੁੱਕ ਨੂੰ 2,500 ਰੁਪਇਆ ਦੇਵਾਂਗੇ ਜਿਹਨੂੰ ਪਹਿਲਾਂ 2,000 ਮਿਲਦਾ ਹੈ, ਤੇ ਕੋਈ ਮਾੜੀ ਗੱਲ ਨਹੀਂ, 10 ਮਹੀਨੇ ਦੀ ਤਨਖਾਹ ਮਿਲਦੀ ਹੈ 12 ਮਹੀਨੇ ਦੇਵਾਂਗੇ, ਇਹ ਠੀਕ ਹੈ, ਇਹ ਮਿਲਣਾ ਚਾਹੀਦਾ, ਇਹ ਜ਼ਰੂਰੀ ਹੈ। ਪਰ ਤੁਸੀਂ ਜਿਹੜਾ ਉੱਦਾਂ ਹੀ ਹੋਰ ਫਾਲਤੂ ਵਧਾਈ ਜਾਂਦੇ ਹੋ, ਕਦੇ ਕਿਤੇ ਵਧਾਤਾ ਕਦੇ ਕਿਤੇ ਵਧਾਤਾ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਉਹ ਤੁਹਾਨੂੰ ਕੱਟ ਲਾਉਣਾ ਪਊਗਾ। ਉੱਥੇ ਤੁਸੀਂ ਉੱਥੇ ਜੇ ਦੇਈ ਜਾਓਗੇ ਫਿਰ ਦੂਜੇ ਪਾਸੇ ਕਿਵੇਂ ਦਿਓਗੇ? ਫਿਰ ਜੇ ਇਹਨਾਂ ਮੁਲਾਜ਼ਮਾਂ ਨੂੰ ਸਾਰਾ ਕੁਝ ਦੇ ਦੋਗੇ ਫਿਰ ਕਿਸਾਨ ਨੂੰ ਕਿਵੇਂ ਦਿਓਗੇ, ਮਜ਼ਦੂਰ ਨੂੰ ਕਿਵੇਂ ਦਿਓਗੇ? ਫਿਰ ਤੁਹਾਨੂੰ ਇਹ ਵੀ ਮਸਲਾ ਆਏਗਾ ਕਿ ਕਿੰਨੇ ਸਾਲ ਹੋ ਗਏ ਰਿਜ਼ਰਵੇਸ਼ਨ ਲਾਗੂ ਹੋਈ ਨੂੰ, ਜਿਹੜੇ ਵਾਲਮੀਕੀ ਨੂੰ ਤਾਂ ਮਿਲਿਆ ਹੀ ਬਹੁਤ ਥੋੜ੍ਹਾ ਹੈ, ਜਿਹੜੇ ਰਵਿਦਾਸੀ ਵੀ ਨੇ ਉਹ 'ਚ ਵੀ ਉੱਤੇ 5% ਮਿਲਿਆ, 95% ਉਹਦਾ ਬੈਨੀਫਿਟ ਨਹੀਂ ਮਿਲਿਆ। ਉਹ ਬੈਨੀਫਿਟ ਉਹਨਾਂ ਨੂੰ ਕਿਵੇਂ ਦਿਓਗੇ ਗਰੀਬਾਂ ਨੂੰ? ਰਿਜ਼ਰਵੇਸ਼ਨ ਇਸ ਵਾਸਤੇ ਕਰੀ ਹੋਈ ਹੈ ਕਿ ਗਰੀਬ ਸ਼ੈਡਿਊਲਡ ਕਾਸਟ ਨੂੰ ਵੀ ਮਾੜਾ ਮੋਟਾ ਬੈਨੀਫਿਟ ਮਿਲੇ। ਗਰੀਬ ਸ਼ੈਡਿਊਲਡ ਕਾਸਟ ਦੇ ਬੱਚੇ ਨੂੰ ਤਾਂ ਪੀਐਨ ਦੀ ਨੌਕਰੀ ਨਹੀਂ ਮਿਲਦੀ। ਸੋ ਇਹ ਵੀ ਸੋਚਣਾ ਪਏਗਾ ਵੀ ਇਹਨੂੰ ਕਿਵੇਂ ਹੱਲ ਕਰਨਾ, ਖਜ਼ਾਨਾ ਕਿਵੇਂ ਭਰਨਾ, ਬਜਟ ਆਊਗਾ ਕਿੱਥੋਂ, ਪੈਸਾ ਕਿੱਥੋਂ ਆਊਗਾ, ਉਹਦਾ ਨਿਆਂ ਸੰਗਤ ਵੰਡ ਕਿਵੇਂ ਕਰਨੀ ਹੈ, ਇਹ ਸਾਰਾ ਕੁਝ ਸੋਚਣਾ ਪਏਗਾ। ਅੱਜ ਟੇਢੇ ਟੈਕਸਾਂ ਰਾਹੀਂ ਹਰ ਵਿਅਕਤੀ ਪਰ ਹੈਡ ਜਿਹੜਾ ਟੈਕਸ ਆ ਉਹ 16,355 ਰੁਪਏ ਹੈ, ਤੇ ਜਿਹੜਾ ਸਿੱਧਾ ਟੈਕਸ ਉਹ ਸਿਰਫ 75 ਰੁਪਏ ਹੈ, 75 ਰੁਪਏ ਤੇ 7 ਪੈਸੇ ਕਿਤੇ ਨਾ। ਤੁਸੀਂ ਆਪੇ ਹਿਸਾਬ ਲਾ ਲਓ। ਸੋ ਸਿੱਧੇ ਟੈਕਸ ਕਿਤੇ ਨਾ ਕਿਤੇ ਵਧਾਉਣੇ ਪੈਣਗੇ, ਟੇਢੇ ਟੈਕਸ ਜਿਹੇ ਜਿਹੇ ਹੈਗੇ ਨੇ ਉਨੇ ਹੀ ਨੇ। ਕਿ ਜਿਹੜਾ ਕੇਂਦਰ ਨੇ ਦੂਜੀ ਤੁਸੀਂ ਅਜੇ ਗੱਲ ਜਿਹੜਾ ਮੰਡੀਆਂ ਦਾ ਹੁਣ ਤਾਂ ਜੇ ਟੈਂਪਰੇਰੀ ਤੌਰ ਤੇ ਖਤਮ ਹੋ ਗਿਆ, ਪਰ ਉਹਨਾਂ ਨੇ ਫਿਰ ਵੀ ਇੱਕ ਘਟਾਤਾ, ਉਹ ਜਿਹੜੇ ਇਹਨਾਂ ਨੂੰ ਦਿੰਦੇ ਸੀ ਰੂਰਲ ਡਿਵੈਲਪਮੈਂਟ ਉਹ ਦਿੱਤਾ ਹੀ ਨਹੀਂ, ਹੋਰ ਘਟਾਤਾ ਕਾਨੂੰਨ ਦੇ ਬਾਵਜੂਦ ਨਹੀਂ, ਕਾਨੂੰਨ ਵਾਪਸ ਆਉਣ ਦੇ ਬਾਵਜੂਦ ਨਹੀਂ ਮਿਲ ਰਿਹਾ। ਸੋ ਇਹ ਗੱਲ ਠੀਕ ਹੈ ਤੁਹਾਡੀ ਕਿ ਉਹਨਾਂ ਨੇ GST 'ਚੋਂ ਰਿਕਵਰੀ ਨਹੀਂ ਹੋਣੀ, ਕਰੋਨਾ ਕਰਕੇ ਆ, ਕਰੋਨਾ ਦੀ ਅਗਲੀ ਲਹਿਰ ਆ ਉਹਦੇ ਕਰਕੇ ਹੋਰ ਬੁਰਾ ਹਾਲ ਹੋਣਾ। ਇਹਨਾਂ ਨੂੰ ਸਾਰਾ ਕੁਝ ਦੱਸਣਾ ਪੈਣਾ ਵੀ ਆ ਕਰੋਨਾ ਦੀ ਲਹਿਰ ਆ ਰਹੀ ਹੈ। ਤੁਸੀਂ ਦੇਖਿਓ ਸਹੀ ਮਾਰਚ ਦੇ ਵਿੱਚ ਕੇਸ ਕਿਵੇਂ ਵੱਧਦੇ ਨੇ, 6 ਲੱਖ ਕੇਸ ਦੁਨੀਆ 'ਚ ਰੋਜ਼ ਆਉਣ ਲੱਗ ਗਿਆ, ਇੰਗਲੈਂਡ 'ਚ 1.25 ਲੱਖ ਕੇਸ ਰੋਜ਼ ਆ ਰਹੇ ਨੇ, ਫਰਾਂਸ 'ਚ ਆ ਰਹੇ ਨੇ, ਇਹ ਇਹਨਾਂ ਦਾ ਕਿਵੇਂ ਰੋਜ਼ 'ਚ ਆ ਰਹੇ ਨੇ 20,025 ਕਈ ਥਾਵਾਂ ਤੇ ਤਾਂ ਰਾਤ ਦਾ ਕਰਫਿਊ ਜਾਂ ਕੋਈ ਅਗਲੇ ਦਿਨਾਂ ਦੇ ਵਿੱਚ ਲਾ ਦਿੱਤੇ ਗਏ। ਸੋ ਇਸ ਕਰਕੇ ਸਾਨੂੰ ਇਹ ਜ਼ਰੂਰ ਦੇਖਣਾ ਪਏਗਾ। ਮੈਕਸੀਕੋ 'ਚ ਬਹੁਤ ਕੇਸ ਆ ਰਹੇ ਨੇ, ਸੋ ਇੰਡੀਆ 'ਚ ਵੀ ਆ ਜਾਣਗੇ। ਇੰਡੀਆ 'ਚ ਵੀ ਹੁਣ 13, 14, 16,000 ਤਾਂ ਨਹੀਂ ਲੱਗ ਗਿਆ, ਤੇ ਇਹ ਲੱਖਾਂ 'ਤੇ ਪਹੁੰਚੂਗਾ ਥੋੜ੍ਹੀ ਦੇਰ 'ਚ, ਇੱਕ ਐਸੇ ਮਹੀਨੇ 'ਚ ਸ਼ਾਇਦ ਪਹੁੰਚ ਜੇ। ਸੋ ਸਾਨੂੰ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚੋਣ ਲੜਨੀ ਸੌਖਾ ਕੰਮ ਹੈ, ਚੋਣ ਜਿੱਤਣਾ ਵੀ ਮੈਂ ਕਹਿੰਦਾ ਸੌਖਾ ਹੋ ਸਕਦਾ, ਜਿੱਤ ਕੇ ਉੱਥੇ ਕੰਮ ਚਲਾਉਣਾ ਬਹੁਤ ਔਖਾ ਹੋ ਜਾਂਦਾ ਹੈ। ਕਈ ਵਾਰੀ ਮੈਂ ਆਪ ਮੇਰੀ ਸਥਿਤੀ ਹੋਈ ਆ, ਮੈਂ ਆਖਰੀ ਗੱਲ ਕਹਿਣਾ ਵੀ ਜਦ ਕੋਈ ਉਹਦਾ ਮਿਲਦਾ ਫਿਰ ਸੋਚੀਦਾ ਯਾਰ ਇਹਨੂੰ ਕਰਾਂਗੇ ਕਿਵੇਂ, ਫਿਰ ਸੋਚਣਾ ਪੈਂਦਾ। ਮੈਨੂੰ ਆ ਕੈਂਸਰ ਦਾ ਸਰਵੇ ਕਰਿਆ ਮੈਂ, ਫਿਰ ਮੈਂ ਪੂਰਾ 2-3 ਦਿਨ ਪਹਿਲਾਂ ਪੂਰੀ ਪਲੈਨਿੰਗ ਬਣਾਈ, ਯੂਨੀਵਰਸਿਟੀ ਲੱਗਿਆ ਤਾਂ ਪਲੈਨਿੰਗ ਬਣਾਈ ਵੀ ਇਹਦੇ 'ਚ ਕੀ ਨੁਕਸ ਹੈ, ਕਿਵੇਂ ਦੂਰ ਕਰਾਂਗਾ, ਕੀ ਆ। ਮੈਨੂੰ ਤਾਂ ਸਡਨਲੀ ਕਹਿ ਦਿੱਤਾ ਗਿਆ ਸੀ, ਪਰ ਇਹਨਾਂ ਤਾਂ ਸਡਨਲੀ ਨਹੀਂ ਨਾ ਚਾਹੀਦਾ, 2 ਮਹੀਨੇ ਨੇ ਆਪਣਾ ਬਣਾ ਲੈਣ, ਆਪਣੇ ਬੁੱਧੀਜੀਵੀਆਂ ਨੂੰ ਲਾਉਣ ਨਾਲ, ਆਪਣੇ ਮਾਹਰਾਂ ਨੂੰ ਲਾਉਣ। ਮੇਰਾ ਖਿਆਲ ਹੈ ਨਵੀਂ ਸਿਆਸਤ ਦੀ ਪਾਰੀ ਇਸ ਨਵੇਂ ਸਾਲ ਦੇ ਵਿੱਚ ਇਹ ਸੰਯੁਕਤ ਸਮਾਜ ਮੋਰਚਾ ਜਿਹੜਾ ਇਹਨੂੰ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜੇ ਇਹਨਾਂ ਦੇ ਆਲੋਚਕ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਨਹੀਂ ਯਾਰ ਇਹ ਲਾਲਚ ਵਾਸਤੇ ਨਹੀਂ ਗਏ ਸੀ, ਇਹ ਉਹਦੇ ਵਾਸਤੇ ਨਹੀਂ ਗਏ ਸੀ, ਇਹ ਤਾਂ ਇੱਕ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਵਾਸਤੇ, ਨਰੋਈ ਸਿਆਸਤ ਦੇਣ ਵਾਸਤੇ, ਪੰਜਾਬ ਦੇ ਮਸਲੇ ਹੱਲ ਕਰਨ ਵਾਸਤੇ ਗਏ ਸੀ। ਇਹਦੇ ਨਾਲ ਹੀ ਇਹਨਾਂ ਨੂੰ ਇਹ ਵੀ ਹੱਲ ਤਾਂ ਕਰਨਾ ਪਏਗਾ ਨਾ, ਕਿਸਾਨੀ ਦਾ ਸੰਕਟ ਜਿਹੜਾ ਬਹੁਤ ਡੀਪ ਹੁੰਦਾ ਜਾ ਰਿਹਾ, ਉਹਨੂੰ ਵੀ ਮੇਨ ਐਮਫੇਸਾਈਜ਼ ਤਾਂ ਉਹਦੇ ਤੇ ਦੇਣਾ ਪਏਗਾ ਵੀ ਉਹਨੂੰ ਕਿਵੇਂ ਹੱਲ ਕਰਨਾ। ਨਹੀਂ ਉਹ ਤਾਂ ਹੱਲ ਕਰਨਾ ਹੀ ਪਏਗਾ। ਉਹ ਸਾਰੀਆਂ ਪੰਜਾਬ ਦੀਆਂ ਸਮੱਸਿਆਵਾਂ ਜੰਮੂ ਸਾਹਿਬ ਹੱਲ ਕਰਨ ਦੇ ਵਿੱਚ ਹੀ ਕਰਨਾ ਪਏਗਾ। ਕਿਸਾਨੀ ਦਾ ਸੰਕਟ ਵੱਖਰਾ ਹੱਲ ਨਹੀਂ ਹੋ ਸਕਦਾ। ਸਿੱਖਿਆ ਦਾ ਸੰਕਟ ਤੁਸੀਂ ਸਮਝੋ, ਮੈਂ ਤੁਹਾਨੂੰ ਦੱਸਦਾ ਕਿਵੇਂ। ਜੇ ਸਿੱਖਿਆ ਮੁਫਤ ਹੋ ਜਾਂਦੀ ਆ, ਵਧੀਆ ਸਿੱਖਿਆ ਮਿਲਦੀ ਆ ਬੱਚਿਆਂ ਨੂੰ, ਤਾਂ ਪ੍ਰਾਈਵੇਟ 'ਚ ਕਿਉਂ ਪੈਸੇ ਲਾਉਣਗੇ ਕਿਸਾਨ? ਉਹ ਪੈਸੇ ਬਚ ਗਏ ਕਿਸਾਨ ਨੂੰ। ਇੱਦਾਂ ਜੇ ਸਿਹਤ ਸਰਕਾਰੀ ਹਸਪਤਾਲ ਚੰਗੀ ਮਿਲਦੀ ਹੈ, ਉਹ ਪ੍ਰਾਈਵੇਟ 'ਚ ਕਿਉਂ ਜਾਣਗੇ? ਹੁਣ ਬਚ ਗਿਆ। ਜੇ ਉਹਨੂੰ ਤਹਿਸੀਲੇ ਜਾ ਕੇ ਰਿਸ਼ਵਤ ਦੇਣੀ ਪੈਂਦੀ ਹੈ, ਥਾਣੇ ਰਿਸ਼ਵਤ ਦੇਣੀ ਪੈਂਦੀ, ਉਹ ਰਿਸ਼ਵਤ ਘੱਟ ਜਾਂਦੀ ਹੈ, ਉਹ ਬਚ ਗਿਆ ਕੰਮ। ਜੇ ਉੱਥੋਂ ਦੇ ਪਿੰਡ ਦੇ ਲੋਕਾਂ ਨੂੰ ਮਨਰੇਗਾ 'ਚ ਦਿਹਾੜੀ ਮਿਲ ਜਾਂਦੀ ਹੈ, ਤਾਂ ਦੂਜੇ ਬੰਦੇ ਜਿਹੜੇ ਨੇ ਉਹ ਕੰਮ ਕਰੀ ਜਾਣਗੇ, ਉਹਦੇ ਨਾਲ ਬਚ ਗਿਆ ਪੈਸਾ, ਪਿੰਡ ਨੂੰ ਆਮਦਨ ਹੋ ਗਈ, ਪਿੰਡ ਦੇ ਵਿੱਚ ਸਾਂਝੇ ਖਰਚੇ ਨਹੀਂ ਘੱਟ ਜਾਣਗੇ ਉਹਨਾਂ ਦੇ। ਸੋ ਇਸ ਕਰਕੇ ਜੇ ਤੁਸੀਂ ਸਾਰਾ ਕੁਝ ਕਰਦੇ ਹੋ, ਨਿਆਂ ਸਿਸਟਮ ਤੁਹਾਡਾ ਠੀਕ ਹੁੰਦਾ ਹੈ, ਪ੍ਰਬੰਧ ਠੀਕ ਹੁੰਦਾ ਹੈ, ਬਿਜਲੀ ਬੋਰਡ 'ਚ ਰਿਸ਼ਵਤਾਂ ਦਿੰਦੇ ਨੇ, ਉਹ ਰਿਸ਼ਵਤਾਂ ਬੰਦ ਹੋ ਜਾਣਗੀਆਂ, ਹਸਪਤਾਲਾਂ ਦੀਆਂ ਰਿਸ਼ਵਤਾਂ ਬੰਦ ਹੋ ਜਾਣਗੀਆਂ, ਸਕੂਲਾਂ ਦੇ ਵਿੱਚ ਜੋ ਮਾੜਾ ਹਾਲ ਆ ਉਹਦਾ ਬੰਦ ਹੋ ਜਾਏਗਾ, ਤਹਿਸੀਲੇ ਰਿਸ਼ਵਤਾਂ ਬੰਦ ਹੋ ਜਾਣਗੀਆਂ, ਥਾਣੇ ਰਿਸ਼ਵਤਾਂ ਬੰਦ ਹੋ ਜਾਣਗੀਆਂ, ਤਾਂ ਉਹਦੇ ਨਾਲ ਕਿਸਾਨੀ ਦੀ ਸਿੱਧੀ ਆਮਦਨ ਵਧਣ ਦੀ ਬਜਾਏ ਵੀ ਟੇਢੀ ਆਮਦਨ ਤਾਂ ਘੱਟੋ ਘੱਟ ਵਧੇਗੀ ਨਾ, ਖਰਚੇ ਘਟਣਗੇ।
ਡਾਕਟਰ ਸਾਹਿਬ ਇੱਕ ਕੋਈ ਸੀਨੀਅਰ ਪ੍ਰੋਫੈਸਰ ਨੇ ਉਹਨਾਂ ਨੇ ਕਿਹਾ ਕਿ ਜਦੋਂ ਸੰਯੁਕਤ ਸਮਾਜ ਮੋਰਚਾ ਮੈਦਾਨ 'ਚ ਉਤਰੇਗਾ ਹਾਂਜੀ ਤਾਂ ਲੋਕ ਜਿਵੇਂ ਅੰਦੋਲਨ ਵੱਲ ਨੂੰ ਵਹੀਰਾਂ ਘੱਤ ਕੇ ਗਏ ਸੀਗੇ ਉਵੇਂ ਹੀ ਵਹੀਰਾਂ ਘੱਤ ਕੇ ਇਹਨਾਂ ਦੇ ਮਗਰ ਆ ਜਾਣਗੇ ਤੇ ਇਹਨਾਂ ਨੂੰ ਬਹੁਤ ਵੱਡੀ ਮਿਹਨਤ ਨਹੀਂ ਕਰਨੀ ਪੈਗੀ। ਜੀ। ਇਹ ਗੱਲ ਬਾਰੇ ਤੁਸੀਂ ਕਿਵੇਂ ਸੋਚਦੇ ਹੋ? ਦੇਖੋ ਇਹ ਕਈ ਬੁੱਧੀਜੀਵੀ ਦਾ ਇੱਕ ਬੁੱਧੀਜੀਵੀ ਨੇ ਕਹਤਾ ਸੀ ਮੈਂ ਦੱਸਣਾ ਵੀ ਇਹਨਾਂ ਨੂੰ ਨੈਗੋਸ਼ੀਏਸ਼ਨ ਕਿਵੇਂ ਕਰਨੀ ਚਾਹੀਦੀ ਹੈ। ਉਹ ਵਿਚਾਰੇ ਨੇ ਕਦੇ ਸਾਰੀ ਉਮਰ ਨੈਗੋਸ਼ੀਏਸ਼ਨ ਆਪ ਨਹੀਂ ਕੀਤੀ ਸੀ। ਇਦਾਂ ਇੱਕ ਨੇ ਕਹਿਤਾ ਸੀ ਵੀ ਜੇ ਐਮਐਸਪੀ ਦੇ ਸਰਕਾਰ ਤਾਂ ਇਹ ਅੰਦੋਲਨ ਖਤਮ ਹੋ ਜੂ। ਹੁਣ ਵਿਚਾਰੇ ਨੇ ਪਤਾ ਹੀ ਨਹੀਂ ਸੀ ਵੀ ਕਿਸਾਨਾਂ ਦੀ ਮੰਗ ਕੀ ਹੈ। ਇੱਕ ਹੋਰ ਨੇ ਲਿਖਤਾ ਵੀ ਉਹ ਸਰਕਾਰ ਦਾ ਸਲਾਹਕਾਰ ਵੀ ਸੀ, ਸਰਕਾਰ 'ਚ ਜਾ ਕੇ ਪੰਜਾਬ ਸਰਕਾਰ ਵੱਲੋਂ ਪੇਸ਼ ਵੀ ਹੁੰਦਾ ਸੀ। ਉਹਨੇ ਕਹਿਤਾ ਵੀ ਜੇ ਇਹ ਇੱਕ ਮੰਗ ਕਾਨੂੰਨ ਮੰਨ ਲੈਣ, ਇੱਕ ਨੂੰ ਸਟੇਟ ਦੇ ਹਵਾਲੇ ਕਰ ਦੇਣ, ਇਹ ਉਹਦੀ ਪ੍ਰਪੋਜ਼ਲ ਸੀ। ਉਹ ਪ੍ਰਪੋਜ਼ਲ ਹੁਣ ਚਿੱਠੀ 'ਚ ਸਾਹਮਣੇ ਆ ਵੀ ਗਈ। ਉਹਨੇ ਕਿਸੇ ਵੇਲੇ ਆਰਟੀਕਲ ਲਿਖਤਾ ਸੀ ਇਹੋ ਜਿਹੀਆਂ ਗੱਲਾਂ ਬੁੱਧੀਜੀਵੀ ਬਹੁਤ ਕਹਿੰਦੇ। ਬੁੱਧੀਜੀਵੀਆਂ ਦੀ ਆਪਣੀ ਇੱਕ ਭੂਮਿਕਾ ਹੈ, ਪਰ ਜਿਹੜਾ ਬੰਦਾ ਮੈਚ ਦੇਖ ਰਿਹਾ ਹੈ ਉਹ ਸਿਰਫ ਗਿੱਧਾ ਪਾ ਸਕਦਾ ਹੈ। ਬਾਹਰ ਖੜਾ ਕੁਛ ਹੋਏ, ਬਾਹਰ ਖੜਾ ਜਿਹੜਾ ਅੰਦਰ ਘੁਲ ਰਿਹਾ ਹੈ, ਮਤਲਬ ਜਿਹੜਾ ਅੰਦਰ ਹਿੱਟ ਮਾਰ ਰਿਹਾ ਹੈ, ਜਿਹੜਾ ਅੰਦਰ ਚੌਕਾ ਛੱਕਾ ਲਾ ਰਿਹਾ ਹੈ, ਉਹਦਾ ਮੁਕਾਬਲਾ ਕੋਈ ਨਹੀਂ। ਉਸੇ ਨੂੰ ਪਤਾ ਮੈਂ ਕਿੱਧਰ ਨੂੰ ਬਾਲ ਆਊਗੀ ਤੇ ਕਿੱਧਰ ਨੂੰ ਜਾਊਗੀ ਤੇ ਕਿਵੇਂ ਮੈਂ ਮਾਰਨੀ ਹੈ। ਠੀਕ ਹੈ। ਸੋ ਇਸ ਕਰਕੇ ਜਿਹੜੇ ਖੇਡ ਰਹੇ ਨੇ ਇਹਨਾਂ ਨੂੰ ਪਤਾ ਬਹੁਤਾ ਬੁੱਧੀਜੀਵੀਆਂ ਵਗੈਰਾ ਦੀ ਗੱਲ ਸੁਣਨ ਦੀ ਲੋੜ ਨਹੀਂ ਹੁੰਦੀ। ਉਹਨਾਂ ਦੀ ਵੱਖਰੀ ਰਾਏ ਸੁਣੀ ਜਾਣ, ਉਹਨਾਂ ਨੂੰ ਵਿੱਚ ਸ਼ਾਮਲ ਕਰਨ ਦੀ ਕਦੇ ਵੀ ਲੋੜ ਨਹੀਂ ਹੁੰਦੀ। ਮੈਂ ਇਸ ਗੱਲ ਦੇ ਖਿਲਾਫ ਹਾਂ। ਜਿਹੜੇ ਬੁੱਧੀਜੀਵੀ ਜਾ ਕੇ ਨਾ ਰਹਿਣ ਸਾਰੀ ਉਮਰ ਤਾਂ ਨੌਕਰੀ ਕਰਦੇ ਨੇ। ਜੇ ਤੁਸੀਂ ਇੰਨੀ ਸਿਆਣੇ ਫਿਰ ਤੁਸੀਂ ਪਹਿਲਾਂ ਮਹਿਕਮੇ ਨੂੰ ਸੁਧਾਰ ਲੈਂਦੇ ਯਾਰ। ਤੁਸੀਂ ਤਾਂ ਸਿਆਣੇ ਹੋ ਨਾ, ਇਮਾਨਦਾਰ ਵੀ ਹੋ, ਫਿਰ ਤੁਸੀਂ ਮਹਿਕਮਾ ਸੁਧਾਰ ਲੈਂਦੇ ਜਿੱਥੇ ਕਰਿਓ। ਜਿਹੜਾ ਬੰਦਾ ਪ੍ਰੋਫੈਸਰ ਰਿਹਾ, ਜੇ ਉਹਦੇ ਬੱਚੇ ਥੀਸਿਸ ਵਾਸਤੇ 20 ਗੇੜੇ ਮਾਰਦੇ ਸੀ, ਉਹਨੂੰ ਰੋਲ ਨੰਬਰ ਨਹੀਂ ਮਿਲਦਾ ਸੀ, ਉਹ ਯੂਨੀਵਰਸਿਟੀ 'ਚ ਲੀਡਰ ਵੀ ਰਿਹਾ ਹੋਵੇ ਟੀਚਰਾਂ ਦਾ, ਤੇ ਉੱਥੇ ਬੱਚਿਆਂ ਦੀ ਸਮੱਸਿਆ ਹੱਲ ਹੀ ਨਾ ਹੋਈ ਹੋਵੇ। ਆ ਪੰਜਾਬ ਯੂਨੀਵਰਸਿਟੀ ਮੈਂ ਹਾਲ ਦੇਖਿਆ, ਜੇ ਲੋਕਲ ਯੂਨੀਵਰਸਿਟੀ 'ਚ ਪੜ੍ਹਦੇ ਬੱਚੇ ਨੂੰ ਡਰਾਫਟ ਬਣਾ ਕੇ ਤਨਖਾਹ ਫੀਸ ਜਮ੍ਹਾਂ ਕਰਾਉਣੀ ਪੈਂਦੀ ਸੀ। ਤੁਸੀਂ ਦੱਸੋ ਮੈਨੂੰ ਵੀ ਕਿ ਕਿੱਥੋਂ ਦੀ ਜਾਇਜ਼ ਗੱਲ ਹੈ ਕਿ ਬੱਚਾ ਲਾਈਨ 'ਚ ਖੜ੍ਹ ਕੇ ਡਰਾਫਟ ਬਣਾਵੇ, ਨਾਲੇ ਉਹਦੇ ਫਾਲਤੂ ਪੈਸੇ ਖਰਚੇ, ਫਿਰ ਉਹ ਮਹਿਕਮੇ ਉੱਥੇ ਸਿੱਧੇ ਪੈਸੇ ਕਿਉਂ ਨਹੀਂ ਜਮ੍ਹਾਂ ਕਰਾ ਸਕਦਾ? ਉਹ ਕੀ ਭੱਜ ਚੱਲਿਆ? ਸੋ ਇੰਨੀਆਂ ਗੱਲਾਂ ਤਾਂ ਇਹਨਾਂ ਨੇ ਕਦੇ ਹੱਲ ਨਹੀਂ ਕਰੀਆਂ। ਸੋ ਇਸ ਕਰਕੇ ਜਿਨ੍ਹਾਂ ਬੰਦਿਆਂ ਨੇ ਆਪਦੇ ਅਦਾਰਿਆਂ 'ਚ ਕੁਛ ਨਹੀਂ ਕਰਿਆ, ਉਹਨਾਂ ਤੋਂ ਪਹਿਲਾਂ ਜਿਹੜੇ ਬੰਦੇ ਸਰਕਾਰੀ ਅਧਿਕਾਰੀ ਰਹੇ ਨੇ, ਉਹਨਾਂ ਨੂੰ ਪਹਿਲਾਂ ਕਹਿਣ ਵੀ ਆਪਦਾ ਚਿੱਠਾ ਦੇ ਵੀ ਤੂੰ ਕਰਿਆ ਕੀ ਕੁਛ ਆ, ਤਾਂ ਅਸੀਂ ਤੇਰੀ ਗੱਲ ਮੰਨਾਂਗੇ। ਜੇ ਤੂੰ ਉੱਥੇ ਕੁਛ ਨਹੀਂ ਕਰਿਆ, ਐਡੀਆਂ ਪਾਵਰਾਂ ਹੋ ਕੇ ਹੁਣ ਤੂੰ ਵੀ ਸਵਾਹ ਕਰ ਦੇਣਾ। ਸੋ ਡਾਕਟਰ ਸਾਹਿਬ, ਸਾਡੇ ਸ਼ੋਅ ਜੋੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦੇਖਦੇ ਹਾਂ ਅਗਲੇ ਦਿਨਾਂ ਦੇ ਵਿੱਚ ਸੰਯੁਕਤ ਸਮਾਜ ਮੋਰਚਾ ਜਿਹੜਾ ਉਹ ਕੀ ਪ੍ਰੋਗਰਾਮ ਲੈ ਕੇ ਆਉਂਦਾ। ਠੀਕ ਹੈ, ਅਮਲਾਂ ਉੱਪਰ ਹੋ ਗਏ ਨੇ ਜਿਹੜਾ ਕਿਆ ਸੂਫੀ ਕਿਆ ਪੰਗੀ, ਅਮਲ ਕੀ ਹੋਊਗਾ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਸਾਨੂੰ ਸਾਡੇ ਦਰਸ਼ਕਾਂ ਤੋਂ ਆਸ ਰਹੇਗੀ ਕਿ ਉਹ ਇਸ ਪ੍ਰੋਗਰਾਮ ਨੂੰ ਕੀ ਰਿਸਪੌਂਡ ਕਰਦੇ, ਉਹਨਾਂ ਦਾ ਇਹਦੇ ਬਾਰੇ ਕੀ ਕਹਿਣਾ, ਉਹਨਾਂ ਦੀਆਂ ਟਿੱਪਣੀਆਂ ਦੀ ਵੀ ਸਾਨੂੰ ਉਡੀਕ ਰਹੇਗੀ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ।